ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਉਹਦੇ ਉੱਤੇ ਵਿਚਾਰ ਚਰਚਾ ਕਰਨ ਲਈ ਅਕਾਲ ਖਾਲਸਾ ਨਿਊਜ਼ ਵੱਲੋਂ ਇੱਕ ਵਿਸ਼ੇਸ਼ ਪੈਨਲ ਜਿਹੜਾ ਤਿਆਰ ਕਰਕੇ ਗੱਲਬਾਤ ਕੀਤੀ ਗਈ ਆ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇੰਟਰੋਡਕਸ਼ਨ ਕਰਾਉਣਾ ਚਾਹੁੰਦਾ ਕਿ ਉੱਘੇ ਵਕੀਲ ਜਿਹੜੇ ਇਹਦੇ ਮਾਹਿਰ ਨੇ, ਸ਼੍ਰੀ ਰਜੀਮਨ ਜੀ, ਤੁਹਾਡਾ ਸਵਾਗਤ ਹੈ ਜੀ। ਨਾਲ ਹੀ ਸਾਡੇ ਕਿਸਾਨ ਆਗੂ ਤੇ ਅਕਾਲੀ ਦਲ ਦੇ ਨੁਮਾਇੰਦੇ ਇੰਦਰਜੀਤ ਸਿੰਘ ਜੀ ਰੰਧਾਵਾ ਰਮਦਾਸ, ਤੁਹਾਡਾ ਵੀ ਜੀ ਆਇਆਂ ਜੀ। ਤੇ ਬਹੁਤ ਹੀ ਲੰਮਾ ਸਮਾਂ ਕਿਸਾਨਾਂ ਦੇ ਨਾਲ ਕਿਸਾਨ ਯੂਨੀਅਨ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਰਦਾਰ ਰਤਨ ਸਿੰਘ ਜੀ ਪੱਟਾ, ਤੁਹਾਡਾ ਵੀ ਜੀ ਆਇਆਂ। ਤੇ ਨਾਲ ਹੀ ਇਸ ਭਾਰਤ ਦੇ ਵਿੱਚ ਚੌਥਾ ਥੰਮ ਸਮਝੇ ਜਾਂਦੇ ਪੱਤਰਕਾਰ ਗੁਰਪ੍ਰਤਾਪ ਸਿੰਘ ਜੀ ਡੇਜੀ, ਤੁਹਾਡਾ ਵੀ ਜੀ ਆਇਆਂ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਪਹਿਲਾਂ ਸਾਰਿਆਂ ਤੋਂ ਬੇਨਤੀ ਕਰਦਾ ਆਪਣੇ ਕਿਸਾਨ ਆਗੂ ਤੇ ਅਕਾਲੀ ਦਲ ਦੇ ਨੁਮਾਇੰਦੇ ਤੇ ਜਿਹੜੇ ਕਿਸਾਨੀ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਨੇ, ਸਰਦਾਰ ਇੰਦਰਜੀਤ ਸਿੰਘ ਜੀ, ਕਿ ਜਿਹੜੀ ਇਹ ਮੂਵਮੈਂਟ ਚੱਲ ਰਹੀ ਆ, ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖ ਰਹੇ ਹੋ? ਜਿਹੜੀ ਮੂਵਮੈਂਟ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਪਿਛਲੇ 3 ਮਹੀਨੇ ਤੋਂ ਕਰੀਬ ਜੀ, ਉਹਦੇ ਵਿੱਚ ਜਿਹੜੇ ਭਾਰਤ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਜਿਹੜੇ ਬਣਾਏ ਆ, ਉਹਦੇ ਨਾਲ ਕੀ ਆ ਕਿ ਜਿਹੜਾ ਸਾਡਾ ਕਿਸਾਨ ਵਰਗ ਆ ਉਹਨੂੰ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਜਿਹਦੇ ਕਰਕੇ ਜਿਹੜਾ ਸਾਰਾ ਬੁੱਧੀਜੀਵੀ ਵਰਗ ਵੀ ਆ, ਭਾਵੇਂ ਉਹ ਵਕੀਲ ਨੇ ਜਾਂ ਜਿੰਨੇ ਵੀ ਬੁੱਧੀਜੀਵੀ ਵਰਗ ਨੇ ਜਾਂ ਕਿਸਾਨ ਨੇ ਜਾਂ ਕਿਸਾਨੀ ਨਾਲ ਰਿਲੇਟਡ ਜਿਹੜੇ ਬੰਦੇ ਜੁੜੇ ਹੋਏ ਆ, ਭਾਵੇਂ ਉਹ ਵਪਾਰ ਵਰਗ ਆ, ਭਾਵੇਂ ਮਜ਼ਦੂਰ ਵਰਗ ਆ, ਉਹ ਸਾਰਿਆਂ ਦੇ ਵਿੱਚ ਹੀ ਹੁਣ ਜਿਹੜੀ ਜਾਗਰਤੀ ਆ ਗਈ ਆ ਕਿ ਇਹ ਕਾਨੂੰਨ ਜਿਹੜੇ ਆ ਇਹ ਬਿਲਕੁਲ ਕਿਸਾਨਾਂ ਵਾਸਤੇ ਤੇ ਜਿੰਨੇ ਵੀ ਕਿਸਾਨੀ ਨਾਲ ਰਿਲੇਟਡ, ਕਿਉਂਕਿ ਸਾਰੇ ਹੀ ਜਿੰਨੇ ਵੀ ਵਪਾਰ ਨੇ ਜਾਂ ਧੰਦੇ ਨੇ ਉਹ ਸਾਰੇ ਜ਼ਿਮੀਂਦਾਰਾਂ ਨਾਲ ਸੰਬੰਧਿਤ ਨੇ, ਔਰ ਉਹਦੇ ਕਰਕੇ ਸਾਰਿਆਂ ਨੂੰ ਹੀ ਇਹ ਸਮੁੱਚਾ ਹੀ ਇੱਕ ਮਤਲਬ ਕਿ ਹੁਣ ਕਿਸਾਨੀ ਦਾ ਸੰਘਰਸ਼ ਨਹੀਂ ਰਿਹਾ, ਇਹ ਸਾਰੇ ਹਿੰਦੁਸਤਾਨ ਦਾ, ਸਾਰੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਜਿਹੜੇ ਕਿੱਤੇ ਆ ਉਹਨਾਂ ਨਾਲ ਰਿਲੇਟਡ ਉਹਨਾਂ ਦਾ ਇਹ ਜਿਹੜਾ ਬਣ ਗਿਆ। ਬਿਲਕੁਲ ਜੀ, ਇਹ ਕਿਸਾਨੀ ਦਾ ਨਹੀਂ ਰਹਿ ਗਿਆ, ਸਾਰੇ ਭਾਰਤ ਦਾ ਬਣ ਚੁੱਕਾ। ਪਰ ਮੈਂ ਨਾਲ ਦੀ ਨਾਲ ਸਾਡੇ ਕੋਲ ਰਤਨ ਪੱਡਾ ਜੀ ਵੀ ਬੈਠੇ ਨੇ, ਜਿਨ੍ਹਾਂ ਨੇ ਲੰਮਾ ਸਮਾਂ ਆਪਣਾ ਕਿਸਾਨ ਯੂਨੀਅਨਾਂ ਦੇ ਵਿੱਚ ਗੁਜ਼ਾਰਿਆ ਆ। ਇਹਨਾਂ ਦੇ ਨਾਲ ਇੱਕ ਮੈਂ ਸਵਾਲ ਪੁੱਛਣਾ ਚਾਹੁੰਦਾ ਹਾਂ। ਪੱਡਾ ਸਾਹਿਬ, ਜਿਹੜਾ ਹੁਣੇ ਇੰਦਰਜੀਤ ਜੀ ਹੁਣਾਂ ਨੇ ਗੱਲ ਕੀਤੀ ਆ ਕਿ ਇਹ ਨੁਕਸਾਨਦੇਹ ਸਾਬਤ ਹੈਗਾ ਆ, ਉਹਦੇ ਵਾਸਤੇ ਤੁਸੀਂ ਦੱਸਣ ਦੀ ਸਾਨੂੰ ਕੁਛ ਖੇਚਲ ਕਰੋਗੇ? ਸੰਗਤਾਂ ਨੂੰ, ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਨੂੰ ਦੱਸੋਗੇ ਕਿ ਇਹ ਕਿਸ ਤਰ੍ਹਾਂ ਨੁਕਸਾਨਦੇਹ? ਪਹਿਲਾਂ ਤਾਂ ਮੈਂ ਅਕਾਲ ਖਾਲਸਾ ਨਿਊਜ਼ ਚੈਨਲ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਨਾਲ ਹੀ ਜਿਹੜੇ ਇਹਦੇ ਦੇਖ ਰਹੇ ਦਰਸ਼ਕ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਜੀ, ਜਿਹੜਾ ਸਵਾਲ ਕਿਸਾਨੀ ਦੇ ਮਸਲੇ 'ਤੇ ਮੇਰੇ ਵੀਰ ਇੰਦਰਜੀਤ ਸਿੰਘ ਨੇ ਉਠਾਇਆ ਆ, ਇਹ ਸਾਰਿਆਂ ਲਈ ਨੁਕਸਾਨਦੇਹ ਆ। ਜਿਹੜੀ ਮੈਂ ਉੱਥੇ ਗੱਲ ਕਰਨ ਲੱਗਾ, ਵੇਖੋ ਜੀ, ਦੇਸ਼ ਦੀਆਂ ਜਿਹੜੀਆਂ ਹਕੂਮਤਾਂ ਸੀਗੀਆਂ, ਚਾਹੇ ਉਹ ਕਾਂਗਰਸ ਰਹੀ ਹੈ, ਚਾਹੇ ਉਹ ਅਕਾਲੀ ਦਲ ਰਿਹਾ, ਚਾਹੇ ਉਹ ਬੀਜੇਪੀ ਰਹੀ ਆ, ਇਹਨਾਂ ਨੇ ਪਹਿਲਾਂ ਹੀ ਜਿਹੜੀ ਹੈਗੀ ਸੀਗੀ ਗੈਰ ਸਮਝੌਤਾ ਕਰਕੇ ਜਿੰਨੇ ਪਬਲਿਕ ਅਦਾਰੇ ਸੀਗੇ ਉਹਨਾਂ ਦਾ ਸਾਰਾ ਕੁਝ ਪ੍ਰਾਈਵੇਟੇਸ਼ਨ ਕਰ ਦਿੱਤਾ ਗਿਆ ਸੀਗਾ, ਜਿਹਦੇ ਵਿੱਚੋਂ ਇੱਕ ਸੈਕਟਰ ਬਚਿਆ ਸੀਗਾ ਕਿਸਾਨੀ ਦਾ। ਜਿਹੜਾ ਕਿਸਾਨੀ ਦੇ ਸੈਕਟਰ ਦੇ ਨਾਲ ਇਹ ਮਸਲਾ ਸੀਗਾ ਕਿ ਜਿਹੜਾ ਲੁਹਾਰ ਤੋਂ ਲੈ ਕੇ ਸੁਨਿਆਰ ਤੱਕ ਕਿਸਾਨੀ ਦੇ ਨਾਲ ਜੁੜਿਆ ਹੈ। ਜੇ ਇਹ ਕਿਸਾਨੀ ਬਚਦੀ ਆ ਤੇ ਫਿਰ ਇਹ ਬਾਕੀ ਦੀਆਂ ਚੀਜ਼ਾਂ ਬਚਦੀਆਂ। ਇਹ ਨੁਕਸਾਨ ਜਿਹੜਾ ਵਾ ਇਹ ਸਾਡੇ ਸਾਰੇ ਵਰਗ ਦਾ ਆ। ਦੂਜੀ ਗੱਲ ਇਹ ਸੀਗੀ ਕਿ ਜਿਹੜਾ ਕਾਰਪੋਰੇਸ਼ਨ ਜਿਹੜਾ ਸੈਕਟਰ ਬਚਿਆ ਸੀ ਕਿਸਾਨੀ ਦਾ, ਇਹਨਾਂ ਨੇ ਜਿਹੜੀ ਬੀਜੇਪੀ ਸਰਕਾਰ ਬੈਠੀ ਆ, ਇਹਨੇ ਰਾਤੋਂ ਰਾਤ ਇਸ ਕਾਨੂੰਨ ਨੂੰ ਲੈ ਕੇ ਪਾਸ ਕਰਾਇਆ, ਜਦੋਂ ਕਿ ਇਸ ਤੋਂ ਪਹਿਲਾਂ ਇਹੋ ਹੀ ਜਮਾਤ ਜਿਹੜੀ ਸੀ ਬੀਜੇਪੀ ਜਮਾਤ, ਇਹਦਾ ਵਿਰੋਧ ਕਰਦੀ ਰਹੀ ਆ। ਜਦੋਂ ਕਿ 2003 ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀਗੀ, ਉਦੋਂ ਇਹ ਜਿਹੜੇ ਮਸਲੇ ਸੀਗੇ ਉਹਨੇ ਬਾਰੇ ਵੀ ਜਿਹੜੀ ਕਿਸਾਨੀ ਦੀ ਜਿਹੜੀ ਆ ਆਰਥਿਕ ਦਸ਼ਾ ਜਿਹੜੀ ਆ ਇਹਨੂੰ ਸੁਧਾਰਨਾ, ਹਾਲਾਂਕਿ ਉਹ ਆਰਥਿਕ ਦਸ਼ਾ ਕਿਸਾਨਾਂ ਦੀ ਨਹੀਂ ਸੀ ਸੁਧਾਰਨੀ ਚਾਹੁੰਦੇ, ਉਹ ਕਾਰਪੋਰੇਟ ਘਰਾਣਿਆਂ ਦੀ ਸੁਧਾਰਨੀ ਚਾਹੁੰਦੇ ਸੀਗੇ, ਜਿਹਦੇ ਤਹਿਤ ਹੁਣ ਇਹਨੇ ਜਿਹੜਾ ਭਾਜਪਾ ਸਰਕਾਰ ਆ, ਇਹਨੇ ਉਹਨੂੰ ਅਡਾਨੀਆਂ ਜਾਂ ਬਾਨੀਆਂ ਦੇ ਨਾਲ ਰਲ ਕੇ ਇਸ ਕਾਨੂੰਨ ਨੂੰ ਪਾਸ ਕਰਾਤਾ। ਨਾ ਤੇ ਲੋਕਾਂ ਦੀ ਰਾਏ ਲਈ ਗਈ,
ਨਾ ਹੀ ਉਹਦੇ ਵਿੱਚ ਜਿਹੜੀ ਪਾਰਲੀਮੈਂਟ ਰਾਏ ਆ ਉਹ ਲਈ ਗਈ। ਲੋਕਾਂ ਨੂੰ ਤੇ ਉਸ ਗੱਲ 'ਚ ਪੁੱਛਿਆ ਗਿਆ ਹੀ ਨਹੀਂ। ਜਿਹੜੇ ਇਹਦੇ ਨਾਲ ਇਹ ਆ ਕਿ ਜਿਹੜੀ 80-81% ਜਿਹੜੀ ਆਬਾਦੀ ਆ ਦੇਸ਼ ਦੀ ਉਹ ਪ੍ਰਭਾਵਿਤ ਹੁੰਦੀ ਆ। ਹੁਣ ਜਿਹੜਾ ਇਹ ਮਾਡਲ ਜਿਹੜਾ ਲੈ ਕੇ ਆ ਰਹੇ ਆ, ਇਹ ਮਾਡਲ ਪਹਿਲਾਂ ਅਮਰੀਕਾ ਦੇ ਵਿੱਚ ਵੀ ਫੇਲ ਹੋ ਚੁੱਕਾ, ਜਾਂ ਜਿਹੜੀਆਂ ਬਾਹਰ ਯੂਰਪਨ ਕੰਟਰੀਆਂ ਉਹਨਾਂ 'ਚ ਫੇਲ ਹੋ ਚੁੱਕਾ ਆ। ਇਹ ਮਾਡਲ ਜਿਹੜਾ ਇਹਨਾਂ ਨੇ ਯੂਪੀ 'ਚ ਜਮਾ ਕੇ ਵੇਖ ਲਿਆ, ਇਹੋ ਹੀ ਮਾਡਲ ਇਹਨਾਂ ਬਿਹਾਰ 'ਚ ਜਮਾ ਕੇ ਵੇਖ ਲਿਆ। ਉੱਥੋਂ ਦੇ ਕਿਸਾਨ ਤੇ ਸੜਕਾਂ 'ਤੇ ਬੈਠੇ ਆ, ਅਜੇ ਤੱਕ ਉਹਨਾਂ ਦੀ ਜੀਰੀ ਨਹੀਂ ਵਿਕੀ। ਹੁਣ ਇਹੋ ਹੀ ਇਹਨਾਂ ਨੇ ਮੁੱਦਾ ਇਹਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ। ਇਹ ਜਿਹੜਾ ਸਭ ਤੋਂ ਵੱਡਾ ਘਾਤਕ ਨੁਕਸਾਨ ਆ ਦੇਸ਼ ਦੇ ਲੋਕਾਂ ਦਾ, ਜਿਹਦੇ ਵਿੱਚ ਸਾਰੇ ਵਰਗ ਆਉਂਦੇ ਆ। ਇਹਨਾਂ ਨੇ ਵੇਖੋ ਪਹਿਲਾਂ ਹੁਣ ਜਿਹੜੀ ਇਹਨਾਂ ਨੇ ਨਵਾਂ ਕਾਨੂੰਨ 'ਚ ਲਿਆਂਦਾ, ਉਹਦੇ 'ਚ ਇਹਨਾਂ ਰੇਲਵੇ ਜਾਂ ਹੋਰ ਚੀਜ਼ਾਂ, ਮੈਂ ਉਹਨਾਂ ਨੂੰ ਗੱਲਾਂ ਨਹੀਂ, ਉਸ ਮਸਲੇ 'ਤੇ ਮੈਂ ਜਾਣਾ ਨਹੀਂ ਚਾਹੁੰਦਾ। ਮਸਲਾ ਸੀ ਕਿਸਾਨੀ ਦਾ। ਹੁਣ ਇਹਦੇ ਨਾਲ ਕਿਸਾਨੀ ਦੇ ਨਾਲ ਕੀ ਆ, ਹਰ ਵਰਗ ਜੁੜਿਆ। ਜਿਹੜਾ ਇਹਨਾਂ ਨੇ ਕਾਨੂੰਨ ਲਿਆਂਦਾ, ਉਹ ਕਾਨੂੰਨ ਸੀਗਾ ਵੀ ਜਿਹੜੇ ਵਪਾਰੀ ਵਰਗ ਆ ਉਹ ਇਹਦਾ ਜ਼ਖੀਰਾ ਕਰ ਸਕਦੇ ਆ, ਜਦੋਂ ਕਿ ਜਿਹੜਾ 1952 'ਚ ਕਾਨੂੰਨ ਬਣਿਆ ਸੀਗਾ ਉਹਦੇ ਵਿੱਚ ਇਹ ਜ਼ਖੀਰਾ ਨਹੀਂ ਕਰ ਸਕਦੇ। ਹੁਣ ਇਹ ਕਹਿੰਦੇ ਜੀ ਅਸੀਂ ਸੋਧਾਂ ਕੀਤੀਆਂ। ਹੁਣ ਜਿਹੜੀ ਚੀਜ਼ ਤੁਸੀਂ ਖੇਤੀ ਸੈਕਟਰ 'ਚੋਂ ਬਾਹਰ ਕੱਢ ਦਿੱਤੀ, ਜਿਹੜੀ ਉਸ ਕਾਨੂੰਨ 'ਚੋਂ ਬਾਹਰ ਕੱਢ ਦਿੱਤੀ ਆ, ਤੇ ਉਹਦਾ ਜਿਹੜਾ ਮਰਜ਼ੀ ਜ਼ਖੀਰਾ ਕਰ ਲੇ, ਜਿੰਨਾ ਮਰਜ਼ੀ ਕਰ ਲੇ, ਜਦੋਂ ਜਿੰਨਾ ਮਰਜ਼ੀ ਜ਼ਖੀਰਾ ਕਰੂਗਾ ਤੇ ਉਹਦਾ ਰੇਟ ਜੇ ਤੁਹਾਡੇ ਕੋਲ ਫਿਰ ਉਸ ਜ਼ਖੀਰੇ ਨੂੰ ਲੈਣ ਵਾਸਤੇ ਕੀ ਕਰਨਾ ਉਹਨੇ? ਹੁਣ ਆਪਣਾ ਉਹਨੇ ਮੰਡੀ ਦੇ ਵਿੱਚ ਮਾਲ ਤੋਰਨਾ, ਆਪਣਾ ਘੱਟ ਰੇਟ 'ਤੇ ਮਾਲ ਸੁੱਟੂਗਾ। ਜਦੋਂ ਤੁਸੀਂ ਘੱਟ ਰੇਟ 'ਤੇ ਸੁੱਟੂਗੇ, ਤੁਹਾਡੇ ਬਰਾਬਰ ਤੇ ਇੱਕ ਪੈਰਲ ਚੀਜ਼ ਆ ਜਾਂਦੀ ਹੈ, ਤਾਂ ਤੁਸੀਂ ਤੁਹਾਡੀ ਚੀਜ਼ ਨੂੰ ਥੋੜ੍ਹਾ ਖਰੀਦਣਾ। ਜਿਹੜੀ ਚੀਜ਼ 5 ਰੁਪਈਆਂ ਦੀ ਮਿਲਣੀ ਉਹਨੂੰ 50 ਰੁਪਈਆਂ 'ਚ ਕੌਣ ਖਰੀਦੂਗਾ? ਸੋ ਇਹ ਸਰਕਾਰ ਦੀ ਚਾਲ ਸੀਗੀ, ਇਹ ਜਿਹੜੀ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਦੇਣ ਦਾ ਚਾਲ ਸੀ। ਇੱਕ ਸਿਰਫ ਵੇਖੋ ਬਚਿਆ ਸੀਗਾ ਕਿਸਾਨੀ ਸੈਕਟਰ, ਕਿਸਾਨੀ ਸੈਕਟਰ ਦੇ ਉੱਤੇ ਸਾਰਾ ਕੁਝ ਸੀਗਾ। ਹੁਣ ਜੇ ਕਿਸਾਨੀ ਸੈਕਟਰ ਦਾ ਵੀ ਪ੍ਰਾਈਵੇਟੇਸ਼ਨ ਹੋ ਜਾਂਦਾ ਤੇ ਫਿਰ ਦੇਸ਼ ਦੀ ਜਿਹੜੀ 80% ਆਬਾਦੀ ਆ ਨਾ, ਉਹਦੇ ਕੋਲ ਰੋਟੀ ਨਹੀਂ ਮਿਲੂਗੀ, ਉਹਨੂੰ ਕੱਪੜਾ ਨਹੀਂ ਮਿਲੂਗਾ, ਉਹਨੂੰ ਰੁਜ਼ਗਾਰ ਨਹੀਂ ਮਿਲੂਗਾ, ਕਿਉਂਕਿ ਜਿਹੜੀਆਂ ਸਰਕਾਰਾਂ ਕੇਂਦਰ ਦੀਆਂ ਬੈਠੀਆਂ ਜਾਂ ਉਹਨਾਂ ਨੇ ਲੋਕਾਂ ਦਾ ਰੁਜ਼ਗਾਰ ਵੀ ਖਾ ਲਿਆ, ਲੋਕਾਂ ਦਾ ਕਾਰੋਬਾਰ ਵੀ ਖਾ ਲਿਆ। ਸੋ ਪੱਡਾ ਸਾਹਿਬ, ਸਾਰੀ ਗੱਲ ਵਿੱਚ ਇਹ ਨਿਕਲ ਕੇ ਆਈ ਕਿ ਇਹ ਕਾਨੂੰਨ ਜਿਹੜਾ ਆ ਅਖੀਰ ਦੇ ਤੌਰ ਉੱਤੇ ਕਿਸਾਨਾਂ ਲਈ ਬਹੁਤ ਨੁਕਸਾਨਦੇਹ ਆ, ਤੇ ਇਹਦੇ ਹੱਲ ਵਾਸਤੇ ਸਾਡੇ ਕਿਸਾਨ ਜਿਹੜੇ ਆ ਉੱਥੇ ਦਿਨ ਰਾਤ ਇੱਕ ਕਰ ਰਹੇ ਆ। ਸਾਡੇ ਕੋਲ ਇਸ ਨੂੰ ਕਾਨੂੰਨੀ ਨਜ਼ਰੀਏ ਦੇ ਨਾਲ ਵੇਖਣ ਦੇ ਲਈ ਸਾਡੇ ਕੋਲ ਬਹੁਤ ਉੱਚ ਕੋਟੀ ਦੇ ਜਿਹੜੇ ਵਕੀਲ ਬੜੇ ਲੰਮੇ ਸਮੇਂ ਦੇ ਉੱਤੋਂ ਇਸ ਮੁੱਦਿਆਂ ਦੇ ਨਾਲ ਜੁੜੇ ਨੇ, ਰਜੀਵ ਮੈਦਾਨ ਜੀ, ਮੈਂ ਉਹਨਾਂ ਦੇ ਕੋਲ ਸਵਾਲ ਰੱਖਣਾ ਚਾਹੁੰਦਾ ਆ ਕਿ ਵਕੀਲ ਸਾਹਿਬ ਜੀ ਤੁਹਾਡਾ ਪਹਿਲੇ ਨੰਬਰ 'ਤੇ ਜੀ ਆਇਆ ਜੀ। ਅਤੇ ਤੁਸੀਂ ਸਾਰੀ ਗੱਲ ਨੂੰ ਸੁਣੀ ਆ, ਜਿਸ ਤਰ੍ਹਾਂ ਪੱਡਾ ਸਾਹਿਬ ਜੀ ਨੇ ਕਿਹਾ ਆ ਕਿ ਬਈ ਇਹ ਕਾਨੂੰਨ ਜਿਹੜਾ ਆ ਕਿਸਾਨਾਂ ਲਈ ਨੁਕਸਾਨਦੇਹ ਆ, ਪਰ ਇਹਦਾ ਕਾਨੂੰਨੀ ਤੌਰ ਉੱਤੇ ਕੀ ਹੱਲ ਨਿਕਲ ਸਕਦਾ ਹੈ? ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਕਾਨੂੰਨ ਨੇ ਇਹ ਗੈਰ ਸੰਵਿਧਾਨਿਕ ਨੇ। ਗੈਰ ਸੰਵਿਧਾਨਿਕ ਕਿਵੇਂ ਨੇ ਵੀ ਸਾਡੇ ਸੰਵਿਧਾਨ ਦੇ ਵਿੱਚ ਹਰ ਸਰਕਾਰ ਨੂੰ ਕੁਛ ਨਾ ਕੁਛ ਉਹਦੀ ਲਿਸਟ ਦਿੱਤੀ ਜਾਂਦੀ ਜਿਹਦੇ ਉੱਤੇ ਕਾਨੂੰਨ ਬਣਾ ਸਕਦੀ ਹੈ। ਪਹਿਲੀ ਤਾਂ ਗੱਲ, ਜਿਹੜਾ ਖੇਤੀਬਾੜੀ ਵਿਸ਼ਾ ਵਾ ਇਹ ਸੂਬਾ ਸਰਕਾਰਾਂ ਦੇ ਘੇਰੇ 'ਚ ਆਉਂਦਾ, ਸਟੇਟ ਲਿਸਟ ਦਾ ਸਬਜੈਕਟ ਆ। ਕੇਂਦਰ ਸਰਕਾਰ ਇਹਦੇ ਉੱਤੇ ਖੇਤੀਬਾੜੀ ਦੇ ਉੱਤੇ ਕਾਨੂੰਨ ਬਣਾ ਨਹੀਂ ਸਕਦੀ, ਇਸ ਕਰ ਇਹ ਗੈਰ ਸੰਵਿਧਾਨਿਕ ਆ। ਉੱਥੇ ਨਾਲ ਕਾਨੂੰਨ ਦੇ ਵਿੱਚ ਜਿਹੜੀ ਇਹੋ ਜਿਹੀ ਮੱਦ ਪਾਈ ਗਈ ਆ ਵੀ ਨਿਆਂਪਾਲਿਕਾ ਜਿਹੜੀ ਕਿ ਸਾਡੀ, ਜਦੋਂ ਵੀ ਕਿਤੇ ਕਿਸੇ ਨੇ ਇਨਸਾਫ ਲੈਣ ਜਾਣਾ ਹੁੰਦਾ ਨਿਆਂਪਾਲਕ ਕੋਲ ਜਾਂਦੇ ਨੇ। ਇਸ ਕਾਨੂੰਨ ਦੇ ਵਿੱਚ ਇੱਕ ਜਿਹੜੀ ਉਹਨਾਂ ਦੀ ਅਦਾਲਤਾਂ ਦੀ ਪਾਵਰ ਵੀ ਜਿਹੜੀ ਆ ਮੈਨੂੰ ਖੋਰਾ ਲਾਇਆ ਗਿਆ ਵਾ, ਕਿਉਂਕਿ ਉਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਆਪਣੀ ਫਰਿਆਦ ਅਦਾਲਤ ਦੇ ਵਿੱਚ ਕਰ ਹੀ ਨਹੀਂ ਸਕਦਾ, ਉਸ ਨੇ ਜਾਣਾ ਹੁੰਦਾ। ਫਿਰ ਉਹਨੂੰ ਇਹਦੇ ਵਿੱਚ ਉਹਨਾਂ ਮੱਦ ਪਾਈ ਵੀ ਤੁਸੀਂ STM ਸਾਹਿਬ ਕੋਲ ਜਾਓ, ਕਾਰਜਪਾਲਿਕਾ ਕੋਈ ਜਾਓ। ਅਤੇ ਤੀਸਰੀ ਜਿਹੜੀ ਗੱਲ ਆ ਜਿਹੜੀ ਕਾਨੂੰਨੀ ਪੱਖ ਤੋਂ ਆ, ਉਹ ਇੱਕ ਸਾਡੇ ਜਿਹੜਾ ਕਿ ਮੂਲ ਆਧਾਰ ਆ ਸਾਡੇ ਸੰਵਿਧਾਨ ਦਾ, ਜਿਹੜਾ ਬੇਸਿਕ ਸਟਰਕਚਰ ਆਫ ਕੌਨਸਟੀਟਿਊਸ਼ਨ ਆ, ਜਿਹਨੂੰ ਆਪਾਂ ਫੈਡਰਲ ਢਾਂਚਾ ਕਹਿ ਦਿੰਦੇ ਹਾਂ, ਸੰਘੀ ਰਾਜ ਜਿਹੜਾ, ਉਹਦੇ ਉੱਤੇ ਵੀ ਇਹ ਜਿਹੜੀ ਸੱਟ ਆ ਕਾਨੂੰਨ ਆਉਣ ਦੇ ਨਾਲ। ਕਿਉਂਕਿ ਜਦੋਂ ਸੂਬੇ ਦੇ ਅਧਿਕਾਰਾਂ ਦੇ ਉੱਤੇ ਕੇਂਦਰ ਕਾਨੂੰਨ ਬਣਾਏਗੀ ਤੇ ਉਹ ਜਿਹੜਾ ਸਾਡਾ ਜਿਹੜਾ ਸੰਘੀ ਢਾਂਚਾ ਵਾ ਉਹਦੀ ਵੀ ਕਿਤੇ ਨਾ ਕਿਤੇ ਇਹ ਜਿਹੜੀ ਉਹ ਢਾਂਚੇ ਦੀ ਵਾਇਲੇਸ਼ਨ ਆ। ਕਹਿਣ ਦਾ ਮਤਲਬ ਤੁਹਾਡਾ ਇਹ ਆ ਕਿ ਇਹ ਜਿਹੜਾ ਕਾਨੂੰਨ ਬਣਿਆ ਆ, ਕਾਨੂੰਨ ਹੀ ਗਲਤ ਆ। ਪਰ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹ ਕਾਨੂੰਨ ਜਿਹੜਾ ਆ, ਜਿਸ ਤਰ੍ਹਾਂ ਅੱਜ ਨੋ ਐਂਡ ਯੈਸ ਉੱਤੇ ਗੱਲ ਅੜੀ ਆ, ਕਿ ਇਹਦੇ ਨਾਲ ਕੁਝ ਹੱਲ ਨਿਕਲ ਸਕਦਾ? ਦੇਖੋ ਜੀ, ਕਾਨੂੰਨੀ ਜਿਹੜਾ ਮੱਦ ਆ, ਕਾਨੂੰਨ ਜਿਹੜੇ ਬਣਾਇਆ ਵਾ, ਇਸ ਨੂੰ ਰੱਦ ਕਰਨ ਦੀ ਜਿਹੜੀ ਪ੍ਰਕਿਰਿਆ ਵਾ ਉਹ ਹੀ ਅਡੋਪਟ ਕਰਨੀ ਪਏਗੀ ਵੀ ਜਿਹੜਾ ਵੀ ਜਿਸ ਤਰ੍ਹਾਂ ਬਣਿਆ ਵਾ ਉਸੇ ਤਰ੍ਹਾਂ ਹੀ ਇਹ ਰੱਦ ਵੀ ਹੋਵੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਅਤੇ ਸਾਡੇ ਨਾਲ ਜਿਹੜੇ ਭਾਰਤ ਦੇ ਵਿੱਚ ਜਿੱਥੇ ਡੈਮੋਕ੍ਰੇਸੀ ਚੱਲਦੀ ਆ, ਜਿਨ੍ਹਾਂ ਮੁਲਕਾਂ ਦੇ ਵਿੱਚ ਡੈਮੋਕ੍ਰੇਸੀ ਚੱਲਦੀ ਆ, ਉੱਥੇ ਚੌਥਾ ਥੰਮ ਜਿਹੜਾ ਆ ਉਹ ਪ੍ਰੈਸ ਨੂੰ ਵੀ ਗਿਣਿਆ ਜਾਂਦਾ। ਸਾਡੇ ਨਾਲ ਬਹੁਤ ਹੀ ਲੰਮੇ ਸਮੇਂ ਤੋਂ ਪ੍ਰੈਸ ਦੇ ਨਾਲ ਜੁੜੇ ਗੁਰਪ੍ਰਤਾਪ ਸਿੰਘ ਜੀ DG ਵੀ ਸਾਡੇ ਨਾਲ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਤਾਪ ਸਿੰਘ ਜੀ, ਜਿਹੜੀ ਬਾਰ-ਬਾਰ ਇੱਕ ਗੱਲ ਉੱਭਰ ਕੇ ਆ ਰਹੀ ਆ
ਕਿ ਭਈ ਜਿਹੜਾ ਮੀਡੀਆ ਆ ਉਹ ਪ੍ਰੋਪਰ ਚੈਨਲ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਇਹ ਸੰਘਰਸ਼ ਨੂੰ ਜਿਹੜਾ ਆ ਲੋਕਾਂ ਤੱਕ ਨਹੀਂ ਪਹੁੰਚਾ ਰਿਹਾ, ਜਾਂ ਗੋਦੀ ਮੀਡੀਆ ਦੀ ਗੱਲ ਕੀਤੀ ਜਾ ਰਹੀ ਹੈ, ਕਿ ਇਹ ਕਿੱਥੋਂ ਤੱਕ ਜਾਇਜ਼ ਸਮਝਦੇ ਹੋ? ਤਾਲਾਪੁਰਾ ਸਾਹਿਬ ਇਹ ਗੱਲ ਬੜੀ ਸਪਸ਼ਟ ਹੈ। ਕੁਛ ਇਹ ਆਪਾਂ ਇਹ ਬਲੇਮ ਨਹੀਂ ਕਰ ਸਕਦੇ ਵੀ ਸਾਰਾ ਹੀ ਮੀਡੀਆ ਜਿਹੜਾ ਵਾ ਗੋਦੀ ਮੀਡੀਆ ਦੀ ਤਰ੍ਹਾਂ ਕਰ ਰਿਹਾ। ਮੈਂ ਉਹ ਵੀ ਮੀਡੀਆ ਹੈਗਾ ਜਿਨ੍ਹਾਂ ਨੇ ਉਸ ਦਿਨ ਤੋਂ ਲੈ ਕੇ ਜਿਸ ਦਿਨ ਤੋਂ ਇਹ ਮੂਵਮੈਂਟ ਚੱਲੀ ਹੈ, ਇਹ ਸੰਘਰਸ਼ ਚੱਲਿਆ ਹੈ, ਉਸ ਦਿਨ ਤੋਂ ਲੈ ਕੇ ਅੱਜ ਤੱਕ ਰਾਤ ਦਿਨ ਇੱਕ ਕਰਕੇ ਕਿਸਾਨਾਂ ਦੀ ਹਰ ਗੱਲ, ਹਰ ਮਸਲੇ ਨੂੰ ਮਤਲਬ ਲੋਕਾਂ ਤੱਕ ਪਹੁੰਚਾਉਣ, ਸਰਕਾਰ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਕੁਛ ਨੈਸ਼ਨਲ ਮੀਡੀਆ ਹੈਗਾ ਜਿਨ੍ਹਾਂ ਨੇ ਮਤਲਬ ਕਿ ਜਿਹੜੀ ਸਿਰਫ ਤੇ ਸਿਰਫ ਓਨਲੀ ਸਰਕਾਰ ਦੀ ਹੀ ਬੋਲੀ ਜਾਂਦੀ ਹੈ ਉਹਨਾਂ ਦੁਆਰਾ। ਉਹ ਆਪਾਂ ਸਾਰੇ ਮੀਡੀਆ ਨੂੰ ਆਪਾਂ ਬਲੇਮ ਨਹੀਂ ਕਰ ਸਕਦੇ ਵੀ ਸਿਰਫ ਇਹ ਮਤਲਬ ਕਿ ਮੀਡੀਆ ਜਿਹੜਾ ਕੋਈ ਮਤਲਬ ਗੋਦੀ ਮੀਡੀਆ ਦੇ ਨਾਲ ਸਾਰਾ ਜੁੜਿਆ। ਇਹ ਮੈਂ ਤੁਹਾਡੇ ਚੈਨਲ ਦੇ ਹਾਂ ਕੁਝ ਚੈਨਲ ਜਿਵੇਂ ਮੰਨ ਲਓ ਤੁਸੀਂ ਮਤਲਬ ਕਿ ਕਿੰਨੀ ਇਸ ਮੂਵਮੈਂਟ ਦੇ ਵਿੱਚ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਮੀਡੀਆ ਦਾ, ਉਹਦੇ ਵਿੱਚ ਤੁਸੀਂ ਵੀ ਬੜਾ ਵੱਡਾ ਯੋਗਦਾਨ ਪਾਇਆ ਵਾ। ਮੈਂ ਇਹਨਾਂ ਤੁਹਾਡੇ ਆਪਣੇ ਵੱਲੋਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ, ਕਿਸਾਨ ਵਰਗ ਵੱਲੋਂ ਵੀ ਧੰਨਵਾਦੀ ਹਾਂ। ਇਹਨਾਂ ਨੇ ਵੱਡਾ ਰੋਲ ਨਿਭਾਇਆ ਵਾ। ਬਾਕੀ ਆਪਾਂ ਇਹ ਬਲੇਮ ਨਹੀਂ ਕਰ ਸਕਦੇ ਵੀ ਮਤਲਬ ਕਿ ਸਾਰਾ ਮੀਡੀਆ ਜਿਹੜਾ ਵਾ ਉਹ ਮਤਲਬ ਕਿ ਇਹਨਾਂ ਦੇ ਸੰਘਰਸ਼ ਦੇ ਮਤਲਬ ਕਿ ਪੱਖ ਨਹੀਂ ਪੇਸ਼ ਕਰ ਰਿਹਾ ਇਹਨਾਂ ਦਾ। ਗੁਰਪ੍ਰਤਾਪ ਸਿੰਘ ਜੀ, ਕੀ ਮਹਿਸੂਸ ਕਰਦੇ ਹੋ ਕਿ ਇਹਦਾ ਹੱਲ ਕੀ ਨਿਕਲਣਾ ਚਾਹੀਦਾ? ਬਿਲਕੁਲ ਇਹ ਨਿਕਲਣਾ ਹੱਲ ਜਿਹੜਾ ਸਰਕਾਰ ਨੂੰ ਜਿਹੜੀ ਆ ਲੋਕਤੰਤਰ ਹੈ ਇਹਦੇ ਵਿੱਚ ਸਰਕਾਰ ਦਾ ਫਰਜ਼ ਬਣਦਾ ਵੀ ਲੋਕਾਂ ਦੀ ਗੱਲ ਸੁਣਨਾ ਔਰ ਲੋਕਾਂ ਦੀ ਗੱਲ 'ਤੇ ਜਿਹੜੀ ਜੋ ਮੰਨਣ ਜੋ ਗੱਲ ਹੈ ਉਹਨਾਂ ਨੂੰ ਮੰਨਣਾ। ਔਰ ਇਸ ਸੰਘਰਸ਼ ਦੇ ਨਾਲ ਜਿਹੜਾ ਵਾ ਇਹ ਕਿਸਾਨ ਵਰਗ ਤੋਂ ਲੈ ਕੇ ਇੱਕ ਮਜ਼ਦੂਰ ਤੋਂ ਲੈ ਕੇ ਉੱਪਰ ਤੱਕ ਹਰ ਇੱਕ ਹਿੱਕ ਦਾ ਨੁਕਸਾਨ ਹੋ ਰਿਹਾ ਹੈ, ਹਰ ਇੱਕ ਵਰਗ ਦਾ ਨੁਕਸਾਨ ਹੋ ਰਿਹਾ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਵੀ ਜਿਸ ਮਤਲਬ ਕਿ ਤਰੀਕੇ ਦੇ ਨਾਲ ਇਹ ਕਾਨੂੰਨ ਬਣਾਏ ਆ ਉਸੇ ਤਰੀਕੇ ਨਾਲ ਇਹਨੂੰ ਵਾਪਸ ਲਏ। ਬਿਲਕੁਲ ਜੀ, ਜਿਸ ਤਰ੍ਹਾਂ ਸਰਕਾਰ ਨੇ ਬਣਾਏ ਆ ਕਾਨੂੰਨ ਬਣਾਇਆ ਉਸੇ ਤਰੀਕੇ ਨਾਲ ਹੀ ਇਹ ਕਾਨੂੰਨ ਨੂੰ ਵਾਪਸ ਲਿਆ ਜਾਵੇ। ਮੈਂ ਫਿਰ ਦੁਬਾਰਾ ਤੋਂ ਆਪਣੇ ਕਿਸਾਨ ਆਗੂ ਜਿਹੜੇ ਆ ਇੰਦਰਜੀਤ ਸਿੰਘ ਜੀ ਉਹਨਾਂ ਦੇ ਕੋਲ ਦੁਬਾਰਾ ਤੋਂ ਸਵਾਲ ਲੈ ਕੇ ਜਾ ਰਿਹਾ ਆ ਕਿ ਸਰ ਇੰਦਰਜੀਤ ਸਿੰਘ ਜੀ, ਗੱਲ ਤੇ ਫਿਰ ਉੱਥੇ ਦੀ ਉੱਥੇ ਰਹਿ ਗਈ ਆ ਕਿ ਅੱਜ ਜਿਸ ਤਰ੍ਹਾਂ ਸਰਕਾਰ ਇਸ ਗੱਲ ਤੇ ਅੜੀ ਆ ਕਿ ਅਸੀਂ ਗੱਲਬਾਤ ਕਰਨੀ ਆ ਤੇ ਕਿਸਾਨ ਨੁਮਾਇੰਦਾ ਜਥੇਬੰਦੀਆਂ ਇਸ ਗੱਲ ਤੇ ਅੜੀਆਂ ਆ ਕਿ ਭਾਈ ਅਸੀਂ ਯੈਸ ਔਰ ਨੋ ਦੇ ਉੱਤੇ। ਜੇ ਇਹੋ ਹੀ ਪੋਜੀਸ਼ਨ ਰਹਿੰਦੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹਜੇ ਕਣਕਾਂ ਨਹੀਂ ਪੱਕੀਆਂ, ਜਦੋਂ ਕਣਕਾਂ ਪੱਕਣੀਆਂ ਸ਼ੁਰੂ ਹੋ ਜਾਣਗੀਆਂ, ਜਦੋਂ ਕਿਸਾਨਾਂ ਦਾ ਟਾਈਮ ਆ ਜਾਏਗਾ, ਉਦੋਂ ਅਸੀਂ ਸੰਘਰਸ਼ ਨੂੰ ਫਿਰ ਕਿਸ ਤਰ੍ਹਾਂ ਲੈ ਕੇ ਚੱਲਾਂਗੇ? ਵੇਖੋ ਜੀ, ਜਿਹੜੀ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਜਿਹੜਾ ਵਿੱਢਿਆ, ਉਹਨਾਂ ਨੇ ਪੂਰਾ ਉਹਦਾ ਇੱਕ ਖਾਕਾ ਤਿਆਰ ਕੀਤਾ ਔਰ ਉਹਨਾਂ ਨੇ ਇਹ ਨਹੀਂ ਹੈ ਕਿ ਕੋਈ ਅਨਪਲੈਨਡ ਸਾਰਾ ਪ੍ਰੋਗਰਾਮ ਆ, ਪੂਰਾ ਪਲੈਨਡ ਉਹਨਾਂ ਦਾ ਪ੍ਰੋਗਰਾਮ ਹੈ। ਭਾਵੇਂ ਸਾਨੂੰ 6 ਮਹੀਨੇ ਲੱਗ ਜਾਣ, ਸਾਲ ਲੱਗ ਜੇ, ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਕਿਸਾਨ ਉੱਥੇ ਜਥੇਬੰਦੀਆਂ ਵਾਪਸ ਆਉਣ ਵਾਲੀਆਂ ਨਹੀਂ। ਜਿੱਥੋਂ ਤੱਕ ਆਪਣਾ ਸੰਘਰਸ਼ ਦਾ ਸਵਾਲ ਆ, ਸਾਰੇ ਵਰਗ ਹੀ ਜਿੰਨੇ ਵੀ ਹੈਗੇ ਨੇ ਕਿਸਾਨੀ ਨਾਲ ਰਿਲੇਟਡ, ਮੈਂ ਪਹਿਲਾਂ ਹੀ ਬੇਨਤੀ ਕੀਤੀ ਆ, ਉਹ ਸਾਰੇ ਹੀ ਜਿਹੜੇ ਆ ਉਹ ਉਹਦਾ ਸਮਰਥਨ ਕਰ ਰਹੇ ਆ। ਔਰ ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹੀ ਮੁਸ਼ਕਿਲ ਆਏਗੀ ਕਿ ਜਿਹੜਾ ਸੰਘਰਸ਼ ਨੂੰ ਜਿਹੜਾ ਵਾ ਉਹ 'ਚ ਕੋਈ ਤਾਰ ਪੀੜੋ ਕੋਈ ਕਰਨ ਦੀ ਕੋਸ਼ਿਸ਼ ਕਰੂਗਾ ਤੇ ਹੋ ਜਾਊਗਾ। ਇੱਥੇ ਹੀ ਇੱਕ ਸਵਾਲ ਮੈਂ ਹੋਰ ਤੁਹਾਡੇ ਨਾਲ ਹੀ ਕਰਨਾ ਚਾਹੂੰਗਾ ਕਿ ਤੁਸੀਂ ਅਕਾਲੀ ਦਲ ਦੇ ਨੁਮਾਇੰਦੇ ਵੀ ਹੋ, ਵੇਖਣ ਦੇ ਵਿੱਚ ਆ ਰਿਹਾ ਆ ਕਿ ਕੋਈ ਵੀ ਸਿਆਸੀ ਪਾਰਟੀ ਜਿਹੜੀ ਆ ਇਸ ਸੰਘਰਸ਼ ਦੇ ਵਿੱਚ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੀ, ਉਹਦਾ ਕੀ ਕਾਰਨ? ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਹੈ ਜੀ, ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਕਿਸਾਨਾਂ ਦੀ ਜਥੇਬੰਦੀ ਆ, ਪੰਜਾਬੀਆਂ ਦੀ ਜਥੇਬੰਦੀ ਆ, ਜਿਨ੍ਹਾਂ ਨੇ ਹਮੇਸ਼ਾ ਹੀ ਕਿਸਾਨੀ ਦੇ ਜਿਹੜਾ ਨੂੰ ਉੱਚਾ ਚੁੱਕਣ ਵਾਸਤੇ, ਕਿਸਾਨੀ ਦਾ ਪੱਧਰ ਨੂੰ ਵਧੀਆ ਬਣਾਉਣ ਵਾਸਤੇ ਕੰਮ ਕੀਤਾ। ਔਰ ਜਿਸ ਤਰ੍ਹਾਂ ਕਿ ਟਰੈਕਟਰਾਂ ਦਾ ਸੀਗਾ ਮਤਲਬ ਦਾ ਟੈਕਸ ਮਾਫ ਕੀਤਾ, ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ, ਟਿਊਬਵੈੱਲਾਂ ਦੇ, ਇਹ ਸਾਰੇ ਹੀ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸੰਭਵ ਹੋ ਸਕੇ ਆ। ਔਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਸ਼ੁਰੂ ਤੋਂ ਡਟ ਕੇ ਖੜੀ ਆ ਔਰ ਉਹ ਕਿਸਾਨੀ ਸੰਘਰਸ਼ ਨੂੰ ਜਿਹੜਾ ਸਮਰਪਿਤ ਜਾਂ ਉਹਨਾਂ ਦੇ ਫੇਵਰ 'ਚ ਜਾਂ ਉਹਨਾਂ ਦੇ ਮਤਲਬ ਸੰਬੰਧਿਤ ਜਿਹੜਾ ਸਾਡੇ ਬੀਬੀ ਹਰਸਿਮਰਤ ਕੌਰ ਜੀ ਨੇ, ਜਿਨ੍ਹਾਂ ਨੇ ਸੈਂਟਰ ਦੀ ਵਜ਼ੀਰੀ ਤੋਂ ਅਸਤੀਫਾ ਵੀ ਦਿੱਤਾ ਆ, ਔਰ ਸਾਡੇ ਜਿਹੜਾ ਅਲਾਇੰਸ ਚੱਲ ਰਿਹਾ ਸੀਗਾ ਬੀਜੇਪੀ ਦੇ ਨਾਲ ਪਿਛਲੇ 30-40 ਸਾਲ ਤੋਂ, ਉਹਨਾਂ ਨੂੰ ਵੀ ਉਹਨਾਂ ਨੇ ਕੀ ਕਹਿੰਦੇ ਆ ਆਪਣਾ ਸਮਰਥਨ ਵਾਪਸ ਲੈ ਲਿਆ, ਉਹਨਾਂ ਨਾਲੋਂ ਜਿਹੜਾ ਸੰਬੰਧ ਤੋੜ ਦਿੱਤਾ। ਔਰ ਉਸ ਤੋਂ ਬਾਅਦ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਉਹਨਾਂ ਨੂੰ ਜਿਹੜਾ ਅਵਾਰਡ ਦਿੱਤਾ ਗਿਆ ਸੀਗਾ, ਜਿਹੜਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਅਵਾਰਡ ਆ, ਉਹ ਵੀ ਉਹਨਾਂ ਨੇ ਇਸ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਦੇ ਹੋਏ ਉਹ ਵਾਪਸ ਕਰ ਦਿੱਤਾ। ਬਿਲਕੁਲ ਜੀ, ਬਿਲਕੁਲ। ਜੋ ਉਹਨਾਂ ਨੇ ਆਪਣੇ
ਮਿਨਿਸਟਰੀ ਦੇ ਉੱਤੋਂ ਅਸਤੀਫਾ ਬੀਬੀ ਹਰਸਿਮਰਤ ਕੌਰ ਜੀ ਨੇ ਦਿੱਤਾ ਆ, ਬੀਬਾ ਜੀ ਨੇ, ਨਾਲ ਹੀ ਬਾਦਲ ਸਾਹਿਬ ਜੀ ਨੇ ਜਿਹੜੇ ਆਪਣੇ ਅਵਾਰਡ ਸੀਗੇ ਉਹ ਵਾਪਸ ਲਏ ਆ। ਤੇ ਮੈਂ ਰਤਨ ਪੱਡਾ ਜੀ ਦੇ ਕੋਲ ਇਹ ਗੱਲ ਨੂੰ ਲੈ ਕੇ ਜਾਣਾ ਚਾਹੁੰਦਾ, ਕਿਉਂਕਿ ਇਹ ਯੂਨੀਅਨਾਂ ਦੇ ਨਾਲ ਨੇ, ਯੂਨੀਅਨਾਂ ਦੇ ਕਿਸਾਨਾਂ ਦੇ ਨਾਲ ਕੰਮ ਕਰਦੇ। ਕੀ ਜੀ ਇਹਨਾਂ ਚੀਜ਼ਾਂ ਦਾ ਕੋਈ ਅਸਰ ਹੋਊਗਾ ਕਿਸਾਨ ਸੰਘਰਸ਼ ਦੇ ਵਿੱਚ? ਵੇਖੋ ਜੀ, ਪਹਿਲੀ ਗੱਲ ਤੇ ਇਹ ਆ ਵੀ ਜਿਹੜੀ ਬੀਬੀ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ ਆ, ਇਹ 2 ਮਹੀਨੇ ਤੋਂ ਲਗਾਤਾਰ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਉਹਦੀ ਬਦੌਲਤ ਹੀ ਇਹਨੂੰ ਦੇਣਾ ਪਿਆ, ਨਹੀਂ ਤੇ ਇਹ ਕੁਰਸੀ ਛੱਡਣ ਨੂੰ ਕਿਹਦਾ ਜੀ ਕਰਦਾ। ਇਹਦਾ ਕੋਈ ਅਸਰ ਹੋਊਗਾ ਕਿਸਾਨੀ ਸੰਘਰਸ਼ ਤੇ? ਇਹਨਾਂ ਦਾ ਕੋਈ ਅਸਰ ਨਹੀਂ ਹੋਣਾ ਕਿਸਾਨੀ ਸੰਘਰਸ਼ ਤੇ। ਵੇਖੋ, ਕਿਸਾਨਾਂ ਨੇ ਜਿਹੜੇ ਮਸਲੇ ਚੁੱਕੇ ਆ ਉਹਨਾਂ ਨੇ ਆਪਣੇ ਤੌਰ ਤੇ ਚੁੱਕਿਆ। ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹੀ ਆ ਕਿ ਜਿਹੜੀਆਂ ਵੀ ਰਾਜਸੀ ਪਾਰਟੀਆਂ ਨੂੰ ਆਪਣਾ ਰੋਟੀਆਂ ਸੇਕਣ ਜਿੱਥੇ ਮਰਜ਼ੀ ਸੇਕਣ, ਪਰ ਸਾਡੀ ਸਟੇਜ ਤੇ ਆਉਣ ਤੋਂ ਪਹਿਲਾਂ ਉਹ ਆਪਣਾ ਝੰਡਾ ਤੇ ਡੰਡਾ ਘਰ ਰੱਖ ਕੇ ਆਉਣ। ਉਹਨਾਂ ਨੇ ਵੇਖੋ, ਭਾਵੇਂ ਪ੍ਰਕਾਸ਼ ਸਿੰਘ ਬਾਦਲ ਨੇ ਇਸ ਗੱਲ ਨੂੰ ਆਪਣੀ ਹੇਠੀ ਸਮਝਿਆ ਵੀ ਉਹਨੇ ਆਪਣੀ ਇਹ ਗੱਲ ਨੂੰ ਬੜਾ ਫਖਰ ਮਹਿਸੂਸ ਕੀਤਾ ਹੋਊਗਾ ਵੀ ਮੈਂ ਜੀ ਜਿਹੜਾ ਮੈਨੂੰ ਰਤਨ ਅਵਾਰਡ ਮਿਲਿਆ ਮੈਂ ਵਾਪਸ ਕਰ ਰਿਹਾ। ਇਹ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਆ, ਇਹ ਕਿਸਾਨੀ ਦੇ ਨਾਲ ਸੰਬੰਧਿਤ ਸੋਚ ਨਹੀਂ ਹੈਗੀ। ਜੇ ਤੁਸੀਂ ਆਖੋ ਵੀ ਵੇਖੋ, ਇਹ ਲੰਮਾ ਸਮਾਂ ਜਦੋਂ ਇਹ ਭਾਜਪਾ ਨੇ ਕਾਨੂੰਨ ਬਣਾਏ ਆ, ਪਾਸ ਕੀਤੇ ਆ, ਇਹ ਉਸ ਟਾਈਮ ਤੇ ਸਮਰਥਕ ਸੀ ਵਿੱਚ, ਇਹਨਾਂ ਨੇ ਉਹਦੇ 'ਚ ਸਾਈਨ ਕੀਤੇ ਆ। ਉਸ ਤੋਂ ਪਹਿਲਾਂ ਵੇਖੋ ਕੈਪਟਨ ਸਰਕਾਰ ਰਹੀ ਆ, ਕੈਪਟਨ ਸਰਕਾਰ ਵੀ ਉਹਦੇ ਤੇ ਜਿਹੜਾ ਆਪਣਾ ਮਨਪ੍ਰੀਤ ਬਾਦਲ ਸਾਡਾ ਵਿੱਤ ਮੰਤਰੀ ਆ, ਇਹ ਉੱਤੇ ਜਾ ਕੇ ਜੈਸ ਕਰਕੇ ਆ। ਹਾਂਜੀ ਗੁਰਪ੍ਰੀਤ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਮੁੱਦੇ ਦੇ ਉੱਤੇ, ਜਿਹੜੀ ਗੱਲ ਹੁਣ ਇੱਥੇ ਚੱਲ ਰਹੀ ਆ? ਬਿਲਕੁਲ ਬਿਲਕੁਲ ਤੁਹਾਡਾ ਤਾਲਾਪੁਰਾ ਸਾਹਿਬ, ਇਹ ਗੱਲ ਹੈ ਜਿਹੜਾ ਪੋਲੀਟੀਕਲ ਬੰਦੇ ਉਹ ਆਪਣੀਆਂ ਰੋਟੀਆਂ ਆਪਣੀਆਂ ਸੇਕ ਰਹੇ ਆ। ਉਹਨਾਂ ਦਾ ਲਿੰਕ ਜਿਹੜਾ ਵਾ ਇਹਦੇ ਨਾਲ ਸੰਬੰਧਿਤ ਕਿਸਾਨ, ਜੇ ਉਹਨਾਂ ਨੇ ਪਹਿਲਾਂ ਹੀ ਜੇ ਕਿਸਾਨਾਂ ਦੇ ਹੱਕ 'ਚ ਹੀ ਗੱਲ ਕਰਨੀ ਹੁੰਦੀ ਸੀ, ਜਦੋਂ ਪਹਿਲਾਂ ਮਤੇ ਪਾਸ ਕੀਤੇ, ਜਦੋਂ ਇਹਨਾਂ ਨੂੰ ਲੱਗਾ ਆਪਣੀ ਜ਼ਮੀਨ ਖੁੱਸਦੀ ਦੀ ਸੀ, ਫਿਰ ਇਹਨਾਂ ਨੇ ਮਤਲਬ ਕਿ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ, ਆਪਣੀਆਂ ਸਾਰਾ ਕੁਝ ਮਤਲਬ ਕਿ ਅਵਾਰਡ ਵਾਪਸ ਕਰ ਦਿੱਤੇ। ਜਦੋਂ ਉਹਨਾਂ ਦੇਖਿਆ, ਜਦੋਂ ਪੰਜਾਬ ਦੇ ਵਿੱਚੋਂ ਅਕਾਲੀ ਦਲ ਨੂੰ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਆਪਣੀ ਜ਼ਮੀਨ ਖੁੱਸਦੀ ਦਿਖਦੀ ਆ, ਤੇ ਫਿਰ ਹੀ ਉਹ ਇਹਨਾਂ ਨੇ ਕਿਸਾਨਾਂ ਦੇ ਹੱਕ 'ਚ ਆਣ ਕੇ ਡਟਣਾ ਸ਼ੁਰੂ ਕੀਤਾ। ਹਾਂ, ਇਹ ਗੱਲ ਦਾ ਜ਼ਰੂਰ ਹੈ, ਇਹ ਕਹਿੰਦੇ ਆ ਵੀ ਆਪਾਂ ਕਿਸਾਨ ਹਤੈਸ਼ੀ ਹਾਂ ਜਾਂ ਕਿਸਾਨ ਦੇ ਨਾਲ ਸਾਡਾ ਜੜ ਤੋਂ ਜੁੜੇ ਆਪਾਂ, ਪਰ ਇਹ ਤੇ ਮਤਲਬ ਜਦੋਂ ਆਪਾਂ ਡੀਪਲੀ ਜਾ ਕੇ ਦੇਖਦੇ ਆ ਇਹਨਾਂ ਗੱਲਾਂ 'ਚ, ਪਰ ਇਹ ਬੜੀ ਦੂਰ ਦੀ ਗੱਲ ਨਜ਼ਰ ਆਉਂਦੀ ਹੈ ਇਹਦੇ ਵਿੱਚੋਂ। ਇਸ ਸੰਘਰਸ਼ ਤੋਂ ਦੂਰ ਨੇ, ਨਜ਼ਰ ਨਹੀਂ ਆ ਰਹੀਆਂ ਕਿ ਅੱਜ ਲੋਕਾਂ ਦੇ ਵਿੱਚ ਤੇ ਆਪਾਂ ਜ਼ਰੂਰ ਵਿਚਰਦੇ ਆ, ਪਰ ਜਦੋਂ ਪੋਲੀਟੀਕਲ ਇੱਥੇ ਆਮ ਕਿਸਾਨਾਂ ਦੀ ਗੱਲ ਹੈ ਤੇ ਉੱਥੇ ਇਹ ਸਾਰੀਆਂ ਮੰਨਫੀ ਨੇ, ਜ਼ੀਰੋ ਹਾਸ਼ੀਏ ਦੇ ਉੱਤੇ ਖੜੀਆਂ। ਉਹਦੇ ਵਾਸਤੇ ਤੁਸੀਂ ਉਹੀ ਗੱਲ ਵੀ ਹਰ ਸਿਆਸੀ ਪਾਰਟੀ ਨੂੰ ਇੱਕ ਲੱਗਦਾ ਵਾ ਵੀ ਇਹ ਹਰ ਵਰਗ ਨਾਲ ਜੁੜਿਆ ਮੁੱਦਾ ਵਾ, ਇਹਦੇ ਤੇ ਉੱਤੇ ਆਪਾਂ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੀਏ। ਪਰ ਕਿਸਾਨ ਜਥੇਬੰਦੀਆਂ, ਜਿਵੇਂ ਪੱਡਾ ਸਾਹਿਬ ਨੇ ਦੱਸਿਆ, ਉਹਨਾਂ ਨੇ ਬਕਾਇਦਾ ਹਰ ਵਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਮੀਡੀਆ ਰਾਹੀਂ ਮੁਖਾਤਬ ਹੁੰਦਿਆਂ ਕਹਿੰਦੇ ਰਹਿੰਦੇ ਨੇ ਵੀ ਕੋਈ ਵੀ ਸਿਆਸੀ ਪਾਰਟੀ ਆਪਣੇ ਪੱਧਰ ਤੇ ਇਸ ਸੰਘਰਸ਼ ਦੇ ਜਿੱਧਰ ਮਰਜ਼ੀ ਬਹਿ ਕੇ ਕਰੇ, ਉਹ ਡੱਕਦੇ ਨਹੀਂ ਆ। ਪਰ ਉਹਨਾਂ ਨੇ ਇੱਕ ਚੀਜ਼ ਦੀ ਇੱਕ ਰੱਖੀ ਆ, ਮੈਂ ਕਹਿੰਦਾ ਵਧੀਆ, ਜਿਹੜੀ ਅੱਜ ਉਹਨਾਂ ਦੀ ਕਾਮਯਾਬੀ ਆ, ਕੇਂਦਰ ਸਰਕਾਰ ਨੂੰ ਜਿਹੜਾ ਉਹਨਾਂ ਨੂੰ ਸੱਦਾ ਪੱਤਰ ਭੇਜਣਾ ਪਿਆ, ਝੁਕਣ ਦੀ ਮਜਬੂਰ ਹੋਣਾ ਪਿਆ ਵਾ, ਉਹ ਉਹਨਾਂ ਦੀ ਜਿਹੜੀ ਇਹ ਸਿਆਸੀ ਪਾਰਟੀਆਂ ਤੋਂ ਵੱਖ ਹੋ ਕੇ ਸੰਘਰਸ਼ ਜਿਹੜਾ ਰੰਭਿਆ ਵਾ, ਉਹਦਾ ਹੀ ਸਿੱਟਾ ਅੱਜ ਇਹ ਨਿਕਲ ਰਿਹਾ। ਤੁਸੀਂ ਵਕੀਲ ਸਾਹਿਬ, ਇਹਦਾ ਕਨਕਲੂਜਨ ਸਾਰੇ ਕੇਸ ਦਾ ਐਂਡ ਦੇ ਵਿੱਚ ਕੀ ਮਹਿਸੂਸ ਕਰਦੇ ਹੋ ਸਿਆਸੀ ਨਿਗਾਹ ਦੇ ਨਾਲ, ਕਿ ਇਹਦਾ ਹੱਲ ਜਿਹੜਾ ਆ ਕੀ ਨਿਕਲਣਾ ਚਾਹੀਦਾ? ਸਿਆਸੀ ਨਿਗਾਹ ਦੇ ਨਾਲ ਤੇ ਜਿਹੜੀਆਂ ਵੀ ਪਾਰਟੀਆਂ ਸੂਬਿਆਂ ਨੂੰ ਆਪਣੇ ਆਪ ਤੇ ਸੂਬੇ ਦੇ ਅਧਿਕਾਰਾਂ ਦੇ ਉੱਤੇ ਗੱਲ ਕਰਦੀਆਂ ਰਹੀਆਂ ਨੇ, ਉਹ ਇਸ ਟਾਈਮ ਹਾਸ਼ੀਏ ਤੇ ਨੇ, ਕਿਉਂਕਿ ਇਹ ਸੂਬੇ ਦੇ ਅਧਿਕਾਰਾਂ ਦੇ ਉੱਤੇ ਡਾਕਾ ਵਾ। ਤੇ ਅੱਜ ਸੂਬੇ ਨਾਲ ਸੰਬੰਧਿਤ ਜਿਹੜੀਆਂ ਸਿਆਸੀ ਧਿਰਾਂ ਨੇ, ਜਿਹੜੀਆਂ ਉਹਨਾਂ ਦੀ ਚੁੱਪੀ ਜਿਹੜੀ ਇਸ ਗੱਲ ਤੋਂ ਲੋਕਾਂ ਦੇ ਵਿੱਚ ਵੀ ਚਰਚਾ ਵਾ ਵੀ ਹਮੇਸ਼ਾ ਤੁਸੀਂ ਰਾਜ ਕਰਦੇ ਰਹੇ ਜੇ ਇਸੇ ਆਈਡੀਓਲੋਜੀ ਦੇ ਬੇਸ ਤੇ ਵੀ ਅਸੀਂ ਵੱਧ ਪਾਵਰ ਦੀ ਜਿਹੜੀ ਗੱਲ ਸੈਂਟਰ ਤੇ ਕਰਾਂਗੇ, ਉਹ ਇੱਕ ਤੇ ਉਹ ਸਾਈਡ ਤੇ ਹੋ ਗਈਆਂ ਨੇ। ਦੂਸਰੀ ਜਿਹੜਾ ਗੈਰ ਸੰਵਿਧਾਨਿਕ ਜਿਹੜਾ ਕੰਮ ਕੀਤਾ ਗਿਆ, ਖਾਸ ਕਰਕੇ ਫੈਡਰਲ ਢਾਂਚੇ ਦੇ ਢਾਹ ਲਾਉਣ ਵਾਸਤੇ ਕੇਂਦਰ ਸਰਕਾਰ ਨੇ ਜਿਹੜਾ ਕਾਨੂੰਨ ਥੋਪਿਆ ਗਿਆ ਵਾ, ਉਹਦੀ ਵੀ ਜਿਹੜੀ ਚਾਰੇ ਪਾਸੋਂ ਇਵੇਂ ਵੀ ਇੰਟਰਨੈਸ਼ਨਲ ਪੱਧਰ ਤੇ, ਅੰਤਰਰਾਸ਼ਟਰੀ ਪੱਧਰ ਤੇ ਵੀ ਇਹਦੀ ਜਿਹੜੀ ਨਿਖੇਧੀ ਹੋ ਰਹੀ ਆ, ਤੇ ਲੋਕਤੰਤਰ ਦੇ ਉੱਤੇ ਵੀ ਇੱਕ ਘਾਣ ਆ, ਕਿਉਂਕਿ ਇਹ ਜਿਹੜਾ ਪ੍ਰਕਿਰਿਆ ਵਰਤੀ ਗਈ ਹੈ ਕਾਨੂੰਨ ਬਣਾਉਣ ਦੀ, ਉਹ ਵੀ ਇੱਕ ਜਗਜਾਰ ਹੋ ਗਈ ਆ। ਕਿਉਂਕਿ ਜਦੋਂ ਕਰੋਨਾ ਮਹਾਂਮਾਰੀ ਚੱਲ ਰਹੀ ਸੀ, ਆਡੀਅנס ਦੇ ਵਿੱਚ ਰੂਪ ਦੇ ਵਿੱਚ ਜਿਹੜਾ ਲਿਆਉਣਾ ਕਾਨੂੰਨ, ਉਹਨੂੰ ਬਿਨਾਂ ਕਿਸੇ ਵਿਚਾਰ ਚਰਚਾ ਤੇ ਪਾਸ ਕਰਾਉਣਾ, ਦੇਸ਼ ਦੀ ਬਹੁਤ ਵੱਡੀ ਜਿਹੜੀ ਗ੍ਰਾਮ ਸਭਾ ਕੋਲੋਂ, ਸੰਸਦ ਦੇ ਕੋਲੋਂ, ਉਹ ਵੀ ਇੱਕ ਤਰ੍ਹਾਂ ਦਾ ਕਈ ਤਰ੍ਹਾਂ ਦੇ ਜਿਹੜੇ ਲੋਕਤੰਤਰ ਦੇ ਉੱਤੇ ਵੀ ਜਿਹੜੀ ਇਹ ਕੇਂਦਰ ਸਰਕਾਰ ਦੇ ਜਿਹੜੇ ਸ਼ੰਕੇ ਪੈਦਾ ਕਰਦਾ। ਇੱਕੋ ਸਵਾਲ ਦਾ ਹੋਰ ਐਂਡ ਦੇ ਵਿੱਚ ਰਹਿ ਗਿਆ ਜਿਹੜਾ ਮੈਂ ਕਰਨੀ ਚਾਹੁੰਦਾ ਆ, ਕਿ ਜਿਸ ਤਰ੍ਹਾਂ ਹੁਣੇ ਤੁਸੀਂ ਗੱਲ ਕੀਤੀ ਆ ਕਿ ਇਹ ਸਾਰਾ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਸੀ, ਜਿਹੜੀ ਗੱਲ ਪਿਛਲੇ ਸਮੇਂ 'ਚ, ਅੱਜ ਤੋਂ ਪਿਛਲੇ ਦਹਾਕਿਆਂ ਦੇ ਵਿੱਚ ਚਲੇ ਜਾਈਏ, ਜਿਹਦੇ ਵਿੱਚ ਵੱਧ ਸੂਬਿਆਂ ਨੂੰ ਅਧਿਕਾਰਾਂ ਦੀ ਗੱਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕੀਤੀ ਸੀਗੀ, ਕਿ ਉਹ ਗੱਲ ਫਿਰ ਬਿਲਕੁਲ ਠੀਕ ਸੀਗੀ? ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਤੇ ਹਮੇਸ਼ਾ ਹੋਰ ਵੀ ਜਥੇਬੰਦੀਆਂ ਜਿਹੜੀਆਂ ਕੰਮ ਕਰਦੇ ਨੇ, ਮੈਂ ਪਹਿਲਾਂ ਹੀ ਕਿਹਾ ਵੀ ਫੈਡਰਲ ਢਾਂਚੇ ਨੂੰ ਢਾਹ ਲਾਉਣ ਵਾਲੀ ਗੱਲ ਹੈ। ਤਾਂ
ਹਾਂਜੀ ਆਪਣੇ ਸਰਦਾਰ ਇੰਦਰਜੀਤ ਸਿੰਘ ਜੀ, ਜਿਹੜੀ ਗੱਲ ਪਿਛਲੇ ਸਮੇਂ ਦੇ ਵਿੱਚ ਵਾਪਰੀ ਆ, ਜੋ ਪਿਛਲੇ ਸਮੇਂ ਦੇ ਵਿੱਚ ਇੱਥੇ ਹੁੰਦਾ ਰਿਹਾ, ਵੱਧ ਅਧਿਕਾਰਾਂ ਦੀ ਗੱਲ ਹੋਈ, ਇੱਥੇ ਨੌਜਵਾਨਾਂ ਨੂੰ ਕਤਲੇਆਮ ਕੀਤਾ ਗਿਆ, ਕਿ ਉਹ ਫਿਰ ਬਿਲਕੁਲ ਜਿਹੜੇ ਨੌਜਵਾਨਾਂ ਨੇ ਉਦੋਂ ਵੱਧ ਅਧਿਕਾਰਾਂ ਦੀ ਗੱਲ ਕੀਤੀ ਸੀ, ਉਹਦੇ ਨਾਲ ਤੁਸੀਂ ਸਹਿਮਤ ਹੋ? ਬਿਲਕੁਲ ਜੀ, ਸ਼੍ਰੋਮਣੀ ਅਕਾਲੀ ਦਲ ਵੀ ਵੱਧ ਅਧਿਕਾਰਾਂ ਦੀ ਫੈਡਰਲ ਜਿਹੜਾ ਪਾਲਿਸੀ ਜਿਹੜੀ ਹੈਗੀ ਆ ਢਾਂਚਾ, ਉਹਨੂੰ ਆਪਣਾ ਲਾਗੂ ਕਰਨ ਵਾਸਤੇ ਜਾਂ ਉਹ ਕੋਸ਼ਿਸ਼ਾਂ ਕਰਦਾ ਰਿਹਾ ਆ। ਬਾਕੀ ਜਿਹੜੀ ਜਿੱਥੋਂ ਤੱਕ ਪੱਡਾ ਸਾਹਿਬ ਨੇ ਗੱਲ ਕੀਤੀ ਆ ਕਿ ਸੰਘਰਸ਼ ਨੂੰ ਵੇਖਦੇ ਹੋਏ ਜਿਹੜਾ ਅਸਤੀਫਾ ਦਿੱਤਾ, ਉਹਦੇ 'ਚ ਇਹ ਹੁੰਦਾ ਹੈ ਕਿ ਜਦੋਂ ਆਪਾਂ ਘਰ ਦੇ ਵਿੱਚ ਜਦੋਂ ਕੋਈ ਡਿਸਕਸ਼ਨ ਚੱਲਦੀ ਆ ਜਾਂ ਕੋਈ ਇਹੋ ਜਿਹਾ ਮਾਹੌਲ ਪੈਦਾ ਹੁੰਦਾ, ਉਹ 'ਚ ਪਹਿਲਾਂ ਅੰਦਰ ਬਹਿ ਕੇ ਜਿਹੜੀ ਆ ਉਹ ਗੱਲ ਹੁੰਦੀ ਆ। ਇਹ ਜਿਹੜੀ ਗੱਲ ਅੰਦਰ ਬਹਿ ਕੇ ਜਿਹੜੀ ਚੱਲਦੀ ਸੀ, ਉਹਦੇ ਵਾਸਤੇ ਜਿਹੜਾ ਵਾ ਸਾਡੇ ਪਾਰਟੀ ਪ੍ਰਧਾਨ ਤੇ ਸਾਡੇ ਜਿਹੜੇ ਹਰਸਿਮਰਤ ਕੌਰ ਜੀ ਨੇ, ਉਹਨਾਂ ਦੇ ਨਾਲ ਇਸ ਸੰਬੰਧੀ ਵਿਚਾਰਾਂ ਚੱਲਦੀਆਂ ਰਹੀਆਂ ਨੇ। ਜਦੋਂ ਉਹਨਾਂ ਨੇ ਨਹੀਂ ਮੰਨਿਆ ਤੇ ਫਿਰ ਅਸੀਂ ਜਿਹੜਾ ਵਾ, ਭਾਵੇਂ ਉਹ 40 ਸਾਲ ਦਾ ਸਾਡਾ ਉਹਨਾਂ ਨਾਲ ਅਲਾਇੰਸ ਹੋਵੇ, ਉਹਨੂੰ ਆਪਾਂ ਉਹਨੂੰ ਕਿਸਾਨਾਂ ਦੇ ਹੱਕ 'ਚ ਜਦੋਂ ਸਾਨੂੰ ਨਹੀਂ ਨਜ਼ਰ ਆਇਆ, ਪੰਜਾਬ ਦੇ ਹੱਕ 'ਚ ਨਹੀਂ ਜਿਹੜਾ ਆਇਆ, ਉਸ ਕਰਕੇ ਫਿਰ ਉਹਨਾਂ ਨਾਲੋਂ ਆਪਣਾ ਨਾਤਾ ਤੋੜ ਦਿੱਤਾ। ਜੀ ਬਹੁਤ ਬਹੁਤ ਤੁਹਾਡਾ ਇੱਥੇ ਪਹੁੰਚਣ 'ਤੇ ਗੁਰਪ੍ਰੀਤ ਸਿੰਘ ਜੀ ਦਾ, ਰਤਨ ਪੱਡਾ ਜੀ ਦਾ, ਨਾਲ ਹੀ ਸਰਦਾਰ ਇੰਦਰਜੀਤ ਸਿੰਘ ਜੀ, ਨਾਲ ਹੀ ਸਾਡੇ ਉੱਘੇ ਵਕੀਲ ਰਜੀਮ ਮਦਾਨ ਜੀ ਦਾ ਮੈਂ ਆਪਣੇ ਅਕਾਲ ਖਾਲਸਾ ਨਿਊਜ਼ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ।